चवर छतर तख दे मालक, कलजो के जहाज बाणी के बोहित, हलत पलत के रखिक, शब्द गुरु जगत गुरु श्री गुरु ग्रंथ साहिब जियां दी हजूरी अंदर अमृत दे दाते, खालसे दे पिता, सरबंस दानी, शहनशाह बादशाह दरवेश गुरु गोबिंद सिंह साहिब जी दे जीवन दी लड़ीवार कथा आरंभ करन वास्ते गुरु चरनां विच इकत्तर होई गुरु रूप साध संगत जीओ। बबाणियां कहाणियां पुत सपुत करेन। अपने बाबियां दियां अपने गुरुआं दियां कहाणियां ਜਿਹੜੇ ਸੁਣਦੇ ਸੁਣਾਉਂਦੇ ਹਨ ਉਹ ਪੁੱਤਰਾਂ ਤੋਂ ਵੀ ਸਪੁੱਤਰ ਬਣ ਜਾਂਦੇ ਹਨ। ਪੁੱਤਰਾਂ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ, ਪੁੱਤਰ, ਕਪੁੱਤਰ ਤੇ ਸਪੁੱਤਰ। ਸੋ ਅਸੀਂ ਸਤਿਗੁਰਾਂ ਦੇ ਸਪੁੱਤਰ ਬਣੀਏ। ਗੁਰੂ ਸਾਹਿਬ ਦੇ ਜੀਵਨ ਦੀ ਲੜੀਵਾਰ ਕਥਾ ਆਰੰਭ ਕਰ ਰਹੇ ਹਾਂ। ਕਥਾ ਵਿਚਾਰ ਆਰੰਭ ਕਰਨ ਵਾਸਤੇ ਮਨ ਬਿਰਤੀਆਂ ਇਕਾਗਰ ਕਰੀਏ। ਇਕਾਗਰਤਾ ਵਾਸਤੇ ਕਲਗੀਧਰ ਪਿਤਾ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਗੁਰਪੁਰਬ ਦਾ ਕੀ ਅਰਥ ਹੁੰਦਾ ਹੈ? ਗੁਰਪੁਰਬ ਮਨਾਉਣ ਦਾ ਭਾਵ ਅਰਥ ਕੀ ਹੈ? ਸਿੱਖ ਪੰਥ ਦੇ ਮਹਾਨ ਵਿਦਵਾਨ ਜਿਨ੍ਹਾਂ ਦੀ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਖਿਤਾਬ ਪ੍ਰਾਪਤ ਹੈ। ਜਿੰਨਾ ਚਿਰ ਸਾਡੇ ਕੋਲ ਕਿਸੇ ਬਿਲਡਿੰਗ ਦੀ ਕੁੰਜੀ ਨਾ ਹੋਵੇ ਉਹਨਾਂ ਚਿਰ ਅਸੀਂ ਤਾਲਾ ਨਹੀਂ ਖੋਲ੍ਹ ਸਕਦੇ, ਅੰਦਰ ਨਹੀਂ ਆ ਸਕਦੇ। ਜਿੰਨਾ ਚਿਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਹੀਂ ਪੜ੍ਹਾਂਗੇ ਉਹਨਾਂ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਨੂੰ ਸੋਝੀ ਨਹੀਂ ਪੈ ਸਕਦੀ। ਭਾਈ ਸਾਹਿਬ ਜੀ ਆਖਦੇ ਹਨ, ਕੁਰਬਾਣੀ ਤਿੰਨਾਂ ਗੁਰ ਸਿੱਖਾਂ, ਭਾਉ ਭਗਤ ਕਰ ਗੁਰਪੁਰਬ ਕਰੰਦੇ। ਮੈਂ ਉਹਨਾਂ ਤੋਂ ਕੁਰਬਾਨ ਹਾਂ, ਮੈਂ ਬਲਿਹਾਰ ਹਾਂ ਜਿਹੜੇ ਸ਼ਰਧਾ ਭਾਵਨਾ ਕਰਕੇ ਆਪਣੇ ਗੁਰੂ ਸਾਹਿਬਾਨ ਦੇ ਗੁਰਪੁਰਬ ਕਰਾਉਂਦੇ ਹਨ। ਤੁਸੀਂ ਬੜੇ ਭਾਗਾਂ ਵਾਲੇ ਹੋ ਜਿਹੜੇ ਫੀਲਡ ਦੇ ਵਿੱਚ ਵੀ ਸਾਰੇ ਗੁਰੂ ਦੀ ਯਾਦ ਵਿੱਚ ਜੁੜ ਕੇ ਦੋਨੇ ਵਕਤ ਆ ਕੇ ਗੁਰੂ ਚਰਨਾਂ ਵਿੱਚ ਬੈਠਦੇ ਹੋ, ਸਜਦੇ ਹੋ। ਗੁਰਪੁਰਬ ਮਨਾਉਣ ਦਾ ਭਾਵ ਅਰਥ ਅਸੀਂ ਜ਼ਿਆਦਾਤਰ ਇਹ ਸਮਝ ਬੈਠੇ ਹਾਂ ਕਿ ਵੱਡੇ ਵੱਡੇ ਲੰਗਰ ਲਗਾ ਦਿਓ, ਵੱਡੇ ਵੱਡੇ ਪੰਡਾਲ ਸਜਾ ਦਿਓ, 36 ਕਿਸਮ ਦੇ ਭੋਜਨ ਛਕਾ ਦਿਓ। ਅਜੇ ਤੱਕ ਸਾਨੂੰ ਸੋਝੀ ਨਹੀਂ ਪਈ ਕਿ ਗੁਰਪੁਰਬ ਮਨਾਉਣ ਦਾ ਭਾਵ ਅਰਥ ਕੀ ਹੈ। ਮੈਂ ਇੱਕ ਹਿੰਟ ਦੇ ਕੇ ਅੱਗੇ ਚੱਲਾਂ। ਅਸੀਂ ਆਮ ਤੌਰ 'ਤੇ ਇੱਕ ਸ਼ਬਦ ਵਰਤਦੇ ਹਾਂ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਕਿਸ ਵਾਸਤੇ ਲਗਾਇਆ? ਭੁੱਖੇ ਸਾਧੂਆਂ ਵਾਸਤੇ। ਕੀ ਵਾਕਿਆ ਅਸੀਂ ਅੱਜ ਲੰਗਰ ਭੁੱਖੇ ਸਾਧੂਆਂ ਵਾਸਤੇ ਲਗਾਉਂਦੇ ਹਾਂ? ਅਸੀਂ ਤਾਂ ਰੱਜੇ ਸਾਧੂਆਂ ਵਾਸਤੇ ਲਾਉਂਦੇ ਹਾਂ। ਰੱਜਿਆਂ ਨੂੰ ਹੱਥ ਜੋੜ ਜੋੜ ਕੇ ਕਹਿੰਦੇ ਹਾਂ, ਆਓ ਜੀ ਲੰਗਰ ਛਕ ਕੇ ਜਾਣਾ, ਆਓ ਜੀ ਗੁਰੂ ਕਾ ਲੰਗਰ ਹੈ। ਪਰ ਅਸਲ ਵਿੱਚ ਜੀ ਆਇਆਂ ਨੂੰ ਜਿਹੜਾ ਵੀ ਆਉਂਦਾ ਛਕ ਕੇ ਜਾਵੇ। ਪਰ ਅਸਲ ਦੇ ਵਿੱਚ ਲੰਗਰ ਦਾ ਭਾਵ ਅਰਥ ਕੀ ਹੈ? ਜ਼ਰੂਰਤਮੰਦ ਵਾਸਤੇ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਤੁਸੀਂ ਆਪਣੇ ਆਪਣੇ ਘਰ ਵਿੱਚ ਇੱਕ ਗੋਲਕ ਲਾਓ। ਜੇ ਤੁਸੀਂ 10 ਰੁਪਏ ਭੇਟ ਕਰਨੇ ਨਾ ਗੁਰੂ ਘਰ, ਤੇ 5 ਰੁਪਏ ਉਸ ਗੋਲਕ ਵਿੱਚ ਪਾ ਦਿਓ। ਗੁਰੂ ਨਾਨਕ ਦੇ ਨਾਮ ਦੀ ਗੋਲਕ। ਕਿਸੇ ਨੂੰ ਵੇਖ ਰਹੇ ਹੋ ਕੋਈ ਨੰਗੇ ਪੈਰ ਘੁੰਮ ਰਿਹਾ, ਉਹਨੂੰ ਕਹੋ ਵੀਰ ਨਾ ਚੱਪਲ ਕਿਉਂ ਨਹੀਂ ਪਾਈ? ਕਹੇ ਪੈਸੇ ਨਹੀਂ। ਕਹੇ ਆ ਤੇਰੇ ਪੈਸੇ ਮੇਰੇ ਕੋਲ ਪਏ ਆ ਤੈਨੂੰ ਮੈਂ ਚੱਪਲ ਲੈ ਕੇ ਦੇਵਾਂ। ਉਹ ਕਹੂਗਾ ਮੇਰੇ ਪੈਸੇ ਤੇਰੇ ਕੋਲ ਕਿੱਦਾਂ? ਤੁਸੀਂ ਫਿਰ ਉਹਨੂੰ ਦੱਸੋਗੇ ਗੁਰੂ ਨਾਨਕ ਦਾ ਹੁਕਮ ਹੈ, ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਮੈਂ ਗੁਰੂ ਨਾਨਕ ਦੇ ਨਾਮ 'ਤੇ ਗੋਲਕ ਲਾਈ ਹੋਈ ਹੈ, ਆ ਮੈਂ ਤੈਨੂੰ ਚੱਪਲ ਲੈ ਕੇ ਦੇਵਾਂ, ਆ ਤੈਨੂੰ ਮੈਂ ਪ੍ਰਸ਼ਾਦਾ ਛਕਾ ਦੇਵਾਂ, ਕਿਉਂਕਿ ਗੁਰੂ ਦਾ ਹੁਕਮ ਹੀ ਸਾਨੂੰ ਇਹ ਹੈ। ਸੋ ਗੁਰੂ ਸਾਹਿਬ ਨੇ ਭੁੱਖੇ ਸਾਧੂਆਂ ਲਈ ਲੰਗਰ ਲਗਾਇਆ। ਜਦੋਂ ਕੋਈ ਭੁੱਖਾ ਹੁੰਦਾ ਨਾ ਗੁਰਦੁਆਰਾ ਸਾਹਿਬ, ਅਸੀਂ ਉਹਨੂੰ ਕਹਿੰਦੇ ਉਹ ਪਿੱਛੇ ਬਹਿ ਜਾ ਕੇ, ਜਦੋਂ ਬਚੇਗਾ ਫਿਰ ਤੈਨੂੰ ਬਚਿਆ ਖੁਚਿਆ ਅੰਤ ਵਿੱਚ ਦੇਵਾਂਗੇ। ਇੱਥੇ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ।
हथ जोड़ के ਜ਼ਰੂਰਤਮੰਦ ਨੂੰ ਕਹਿਣਾ ਚਾਹੀਦਾ, ਆ ਜਾ ਪਿਆਰਿਆ ਗੁਰੂ ਕਾ ਲੰਗਰ ਹਾਜ਼ਰ ਹੈ। ਇੱਥੇ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਦੱਸਿਆ ਗਿਆ ਸੀ ਦੇਗ ਤੇਗ ਫਤਿਹ ਦਾ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਇਤਿਹਾਸ ਵਿੱਚ ਕਿ ਉਹਦਾ ਕੀ ਅਰਥ ਹੈ। ਉਹਨਾਂ ਕਿਹਾ ਇਹਨਾਂ ਦੀ ਜਦੋਂ ਦੇਗ ਸੱਜ ਕੇ ਤਿਆਰ ਹੁੰਦੀ ਹੈ ਨਾ, ਲੰਗਰ ਛਕਦੇ ਆ, ਤੇ ਇਹਨਾਂ ਦੇ ਮੁਰਸ਼ਿਦ ਨੇ ਇਹਨਾਂ ਨੂੰ ਤੇਗ ਨਾਲ ਸ਼ਸਤਰ ਨਾਲ ਇੰਨਾ ਜੋੜ ਦਿੱਤਾ। ਮੈਂ ਅੱਜ ਆਪਣੇ ਡਰਾਈਵਰ ਨੂੰ ਕਹਿ ਰਿਹਾ ਸੀ, ਜਿਪਸੀ ਡਰਾਈਵਰ ਨੂੰ, ਜਦੋਂ ਅਸੀਂ ਜਾ ਰਹੇ ਸੀ ਸ੍ਰੀ ਸਾਹਿਬ ਕੋਲ ਸੀ ਵੱਡੀ, ਤੇ ਮੈਂ ਉਹਨੂੰ ਕਹਿ ਰਿਹਾ ਭਾਈ ਸਾਹਿਬ ਜੀ ਇੱਕ ਸ੍ਰੀ ਸਾਹਿਬ ਜ਼ਰੂਰ ਗੱਡੀ ਵਿੱਚ ਰੱਖਿਆ ਕਰੋ, ਇਹ ਸਾਡੇ ਗੁਰੂ ਦਾ ਹੁਕਮ ਹੈ, ਸ਼ਸਤਰ ਜ਼ਰੂਰ ਰੱਖਿਆ ਕਰੋ। ਕਿਤੇ ਕੋਈ ਤਕਲੀਫ ਆ ਜਾਵੇ, ਕੋਈ ਐਸਾ ਜੰਗਲ ਵਿੱਚ ਜੰਗਲੀ ਜਾਨਵਰ ਹੀ ਆ ਜਾਵੇ ਜਾਂ ਕੋਈ ਸਿਰ ਫਿਰਿਆ ਹੀ ਮਿਲ ਜਾਵੇ, ਤੇ ਸ਼ਸਤਰ ਤੇ ਬੜਾ ਜ਼ਰੂਰੀ ਹੈ। ਇਸ ਕਰਕੇ ਸ਼ਸਤਰ ਹਮੇਸ਼ਾ, ਫੌਜੀ ਉਹ ਠੀਕ ਹੈ ਵੈਪਨ ਹੋਵੇ ਜੀ ਸਦਕੇ ਧੰਨ ਭਾਗ, ਪਰ ਵੈਪਨ 'ਚ ਕਿਤੇ ਰੋਕ ਪੈ ਸਕਦੀ ਹੈ, ਵੈਪਨ ਦਾ ਅਮਨੀਸ਼ਨ ਖਤਮ ਹੋ ਸਕਦਾ ਹੈ, ਪਰ ਇਹਦੇ 'ਚ ਨਾ ਰੋਕ ਪੈਣੀ ਤੇ ਨਾ ਇਹਦਾ ਅਮਨੀਸ਼ਨ ਖਤਮ ਹੋਣਾ। ਇਸ ਕਰਕੇ ਜਿੱਥੇ ਕਿਰਪਾਨ ਰੱਖੋਗੇ ਉੱਥੇ ਗੁਰੂ ਆਪ ਵਰਤਦਾ, ਗੁਰੂ ਦੀ ਕਿਰਪਾ ਵਰਤਦੀ ਹੈ ਉੱਥੇ। ਸੋ ਇੱਥੇ ਗੁਰਮੁਖ ਪਿਆਰਿਓ ਲੰਗਰਾਂ ਦਾ ਭਾਵ ਅਰਥ ਹੀ ਇੱਥੋਂ ਸ਼ੁਰੂ ਹੋਣਾ ਚਾਹੀਦਾ ਹੈ, ਗਰੀਬ ਵਾਸਤੇ, ਲੋੜਵੰਦ ਵਾਸਤੇ। ਅਸੀਂ ਸਾਰਾ ਹੀ ਜ਼ੋਰ ਲੰਗਰ 'ਤੇ ਲਾ ਦਿੰਦੇ ਹਾਂ। ਲੰਗਰ ਸਿਰਫ ਸਾਦਾ ਹੋਣਾ ਚਾਹੀਦਾ ਜਿਹੜਾ ਜੀਵਨ ਵਾਸਤੇ, ਜੀਣ ਵਾਸਤੇ ਜ਼ਰੂਰੀ ਹੈ। ਭੋਜਨ ਸਾਡੇ ਤਨ ਦੀ ਖੁਰਾਕ ਹੈ ਤੇ ਭਜਨ ਸਾਡੇ ਮਨ ਦੀ ਖੁਰਾਕ ਹੈ। 4 ਦਿਨ ਭੋਜਨ ਨਾ ਦਿਓ ਫਿਰ ਕਹੋ ਗੱਡੀ ਲੈ ਕੇ ਜਾ ਜਾਂ ਡਿਊਟੀ ਚਲਿਆ ਜਾ, ਬੰਦਾ ਕਹਿੰਦਾ ਨਹੀਂ ਸਰੀਰ ਵਿਆਕੁਲ ਹੋ ਗਿਆ, ਚੱਲ ਨਹੀਂ ਸਕਦਾ, 4 ਦਿਨ ਹੋ ਗਏ ਭੋਜਨ ਨਹੀਂ ਮਿਲਿਆ, ਤੇ ਇੱਥੇ ਮਹੀਨਾ ਮਹੀਨਾ ਭਜਨ ਨਹੀਂ ਮਿਲਦਾ, ਤੇ ਫਿਰ ਰਿਜ਼ਲਟ ਉਹਦੇ ਕੀ ਨਿਕਲਦੇ ਆ। ਫਿਰ ਕਹਿੰਦੇ ਆ ਫਲਾਣੇ ਨੇ ਆਤਮ ਹੱਤਿਆ ਕਰ ਲਈ, ਮਾਤਾ ਪਿਤਾ ਨੂੰ ਬਿਰਧ ਆਸ਼ਰਮਾਂ 'ਚ ਭੇਜ ਦਿੱਤਾ, 4-4 ਸਾਲ ਦੀਆਂ ਬੱਚੀਆਂ ਦੇ ਨਾਲ ਬਲਾਤਕਾਰ ਵਰਗੇ ਕੇਸ। ਕਿਉਂ ਐਸਾ ਹੋ ਰਿਹਾ? ਸਰੀਰ ਨੂੰ ਭੋਜਨ ਨਹੀਂ ਮਿਲਿਆ ਤੇ ਸਰੀਰ ਮੁਰਦਾ, ਤੇ ਆਤਮਾ ਨੂੰ, ਮਨ ਨੂੰ ਭਜਨ ਨਹੀਂ ਮਿਲਿਆ ਤੇ ਜ਼ਮੀਰ ਮੁਰਦਾ ਹੈ। ਉਸ ਬੰਦੇ ਦੀ ਫਿਰ ਜ਼ਮੀਰ ਮਰ ਜਾਂਦੀ ਹੈ, ਉਹ ਜਨਮ ਦੇਣ ਵਾਲੀ ਮਾਂ ਨੂੰ ਹੀ ਘਰੋਂ ਕੱਢ ਦਿਆ ਕਰਦਾ ਹੈ। ਇਸ ਕਰਕੇ ਜਿੱਥੇ ਤਨ ਦੀ ਖੁਰਾਕ 'ਤੇ ਜ਼ੋਰ ਲਾਉਂਦੇ ਉਹਨੂੰ ਗੁਰਪੁਰਬ ਮਨਾਉਣ ਲੱਗਿਆਂ, ਉੱਥੇ ਮਨ ਦੀ ਖੁਰਾਕ 'ਤੇ ਭਜਨ 'ਤੇ ਵੀ ਜ਼ੋਰ ਲਾਇਆ ਕਰੋ। ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ। ਗੁਰਪੁਰਬ ਮਨਾਉਣ ਦਾ ਭਾਵ ਅਰਥ ਅਸਲ ਵਿੱਚ ਇਹ ਹੈ। ਹਾਂ, ਗੁਰੂ ਦਾ ਹੁਕਮ ਹੈ ਸਾਡੇ ਵਾਸਤੇ ਕਿ ਗੁਰੂ ਸਾਹਿਬ ਆਖਦੇ ਹੁੰਦੇ ਸੀ, ਗੁਰੂ ਅਮਰਦਾਸ ਪਾਤਸ਼ਾਹ, ਪਹਿਲੇ ਪੰਗਤ ਪਾਛੈ ਸੰਗਤ। ਉਸ ਸਮੇਂ ਦੀ ਲੋੜ ਸੀ, ਕਿਉਂਕਿ ਉਸ ਵਕਤ ਕੀ ਸੀ, ਅੱਜ ਜਿਹੜੇ ਵੱਡੇ ਵੱਡੇ ਕਿਲੇ ਤੁਸੀਂ ਬਣੇ ਦੇਖ ਰਹੇ ਹੋ ਨਾ, ਇਹ ਕਿਲੇ ਸਾਰੇ ਸਾਡੇ ਹਿੰਦੁਸਤਾਨੀਆਂ ਨੇ ਬਣਾਏ ਤੇ ਬਣਵਾਏ ਆ ਮੁਗਲਾਂ ਨੇ। ਪਹਾੜਾਂ 'ਤੇ ਜਾ ਕੇ ਵੱਡੇ ਵੱਡੇ ਪੱਥਰ ਢੋ ਕੇ, ਬੰਦਾ ਪੁੱਛੇ ਕਿਹੜੀ ਉਦੋਂ JCB ਹੁੰਦੀ ਸੀ, ਕਿਹੜੀ ਕਰੇਨ ਚੁੱਕ ਕੇ ਲੈ ਜਾਂਦੀ ਸੀ। ਸਿਰਫ ਸਾਰਾ ਦਿਨ ਕੰਮ ਕਰਾਉਣਾ ਪਸ਼ੂਆਂ ਦੀ ਤਰ੍ਹਾਂ, ਤੇ 1 ਜਾਂ 2 ਟਾਈਮ ਰੋਟੀ ਦੇ ਦੇਣੀ ਉਹਨਾਂ ਨੂੰ, ਇੰਨੀ ਗਰੀਬੀ ਹੁੰਦੀ ਸੀ। ਤੇ ਸ਼ਾਮ ਨੂੰ ਸ਼ਰਾਬ ਪਿਆ ਦੇਣੀ, ਉਹਨਾਂ ਮਦ ਹੋਸ਼ ਹੋ ਕੇ ਡਿੱਗ ਪੈਣਾ, ਤੇ ਸਵੇਰੇ ਜਦੋਂ ਹੋਸ਼ ਆਉਣੀ ਤੇ ਡੰਡੇ ਵਾਲੇ ਨੇ ਫਿਰ ਹਿੱਕ ਲੈਣਾ ਪਸ਼ੂਆਂ ਦੀ ਤਰ੍ਹਾਂ, ਫਿਰ ਸਾਰਾ ਦਿਨ ਕੰਮ ਕਰਾਉਣਾ, ਸ਼ਾਮ ਨੂੰ ਫਿਰ ਸ਼ਰਾਬ ਪਿਆ ਕੇ ਸ਼ਰਾਬੀ ਕਰਕੇ ਉਹਨਾਂ ਨੂੰ ਸੁੱਟ ਦੇਣਾ। ਇਸ ਤਰ੍ਹਾਂ ਦਾ ਪਿਆਰਿਓ ਸਮੇਂ ਸਿਸਟਮ ਸੀ। ਬੰਦੇ ਨੂੰ ਹੁੰਦਾ ਸੀ ਸ਼ਾਮ ਨੂੰ ਰੋਟੀ ਮਿਲੇਗੀ ਕਿ ਨਹੀਂ ਮਿਲੇਗੀ, ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਇਸ ਕਰਕੇ ਹੁਕਮ ਕਰ ਦਿੱਤਾ, ਜਿਹੜਾ ਵੀ ਸੰਗਤ ਕਰਨ ਆਵੇ ਪਹਿਲੇ ਉਹ ਪੰਗਤ 'ਚ ਬਹਿ ਕੇ, ਸਭ ਤੋਂ ਪਹਿਲਾਂ ਕੀ ਕਰੇ, ਬੌਲੀ 'ਚ ਇਸ਼ਨਾਨ ਕਰੇ, ਫਿਰ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕੇ, ਫਿਰ ਉਹ ਸੰਗਤ ਦੇ ਵਿੱਚ ਆਵੇ। ਪਰ ਅੱਜ ਕੱਲ੍ਹ ਫਿਰ ਵੀ ਜਲ ਪਾਣੀ ਛਕ ਕੇ ਅਸੀਂ ਬੈਠਦੇ ਹਾਂ ਗੁਰੂ ਘਰਾਂ ਦੇ ਵਿੱਚ, ਦਰਬਾਰ ਦੇ ਵਿੱਚ, ਪਰ ਜ਼ਿਆਦਾ ਜ਼ੋਰ ਅਸੀਂ ਲਾਇਆ ਕਰੀਏ ਮਨ ਦੀ ਖੁਰਾਕ ਭਜਨ ਵਾਸਤੇ। ਸਤਿਗੁਰੂ ਰਹਿਮਤ ਕਰਨ, ਅੱਜ ਅਸੀਂ ਵਿਚਾਰ ਆਰੰਭ ਕਰ ਰਹੇ ਹਾਂ, ਕਿਉਂਕਿ 1 ਘੰਟੇ 'ਚ ਗੁਰਪੁਰਬ ਨਹੀਂ ਮਨਾਇਆ ਜਾ ਸਕਦਾ। 1 ਘੰਟੇ 'ਚ ਕਲਗੀਧਰ ਪਾਤਸ਼ਾਹ ਦੇ ਜੀਵਨ ਨੂੰ ਨਹੀਂ ਵਿਚਾਰਿਆ ਜਾ ਸਕਦਾ। ਕਵੀ ਆਖਦਾ ਹੈ, ਕਲਗੀ ਵਾਲਿਆ ਲਿਖਾਂ ਕੀ ਸਿਫਤ ਤੇਰੀ, ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ, ਤੇਰੇ ਚੋਜ ਤੇ ਤੇਰੀ ਵਡਿਆਈ ਵੱਡੀ, ਤੇਰੇ
ਗੁਣਾਂ ਦਾ ਚੋਜੀ ਪੰਡਾਲ ਵੱਡਾ। ਤੇਰੀ ਧਨ ਕੁਰਬਾਨੀ ਮੇਰੇ ਸ਼ਹਿਨਸ਼ਾਹ ਜੀ, ਕੀਤਾ ਸਿਰਾਂ ਦਾ ਤੂੰ ਹੀ ਵਪਾਰ ਵੱਡਾ। ਜੁਗੋ ਜੁਗ ਨਾ ਲੱਥਣਾ ਹਿੰਦੁਸਤਾਨੀਆਂ ਤੋਂ, ਇਸ ਦੇਸ਼ ਤੇ ਤੇਰਾ ਉਦਾਰ ਵੱਡਾ। ਜੁਗੋ ਜੁਗ ਨਾ ਲੱਥਣਾ ਤੇਰੇ ਖਾਲਸੇ ਤੋਂ, ਇਸ ਕੌਮ ਤੇ ਤੇਰਾ ਉਦਾਰ ਵੱਡਾ। ਕਿਹੜੀ ਕਲਮ ਹੈ ਕਲਗੀਧਰ ਪਾਤਸ਼ਾਹ ਦੀ ਵਡਿਆਈ ਨੂੰ ਲਿਖ ਸਕਦੀ ਹੋਵੇ? ਕਿਹੜੀ ਜ਼ਬਾਨ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪੂਰੀ ਵਡਿਆਈ ਨੂੰ ਕਹਿ ਸਕਦੀ ਹੋਵੇ? ਇਹ ਤੇ ਗੁਰੂ ਸਾਹਿਬ ਆਪ ਹੀ ਕਿਰਪਾ ਕਰਨ। ਅਸੀਂ ਤੇ ਇਹੀ ਆਖਣਾ ਸਤਿਗੁਰੂ ਨੂੰ, ਸਤਿਗੁਰੂ ਜੀ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਨੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ पूछता, गुर सतगुर संग कीरे हम थापे। सतगुर साडी कोई बात नहीं सी पुछदा, आप जी ने किरपा करके सानू कीड़ियां दी न्याई थाप के अपने घर दे वजीरां दियां सेवावां बख्शिश कर दित्तियां। सो गुरमुख प्यारिओ, हमेशा पॉजिटिव सोचना, पॉजिटिव रहोगे। बड़ी खुशी वाली गल है। मैं धन्नवाद करदा उन्हां दा जिन्हां नूं सतगुर ने सेवा बख्शिश कीती। मैं कोटान कोट शुकराना करदा जुगो जुग अटल श्री गुरु ग्रंथ साहिब दा, जिन्हां महाराज दे चरनां बड़ियां सी अरदासां कीतियां सी। मैनूं अज फोन आया लखनऊ दी धरती तो, सत्कारयोग बापू जी होना दा, कहंदे बाबा जी अरदास पूरी हो गई। आपां इत्थे अरदास संगत च तुसीं करके गए सी कि जिहड़ा बाल दिवस है ना, वो गुरु गोबिंद सिंह साहब महाराज के साहिबजादियां दे नां ते मनाउणा चाहीदा है। दो बेनतियां उत्थे असीं कीतियां सी, एक ते बाल दिवस गुरु गोबिंद सिंह साहब के साहिबजादियां दे नां ते एक ह्यूमन राइट्स डे, मनुखी अधिकारां दा दिन जिहड़ा ना, उस श्री गुरु तेग बहादुर साहब की शहादत के दिन ते मनाया जाना चाहिदा है। पर साडी त्रासदी रही अज तक। देश आज़ाद होया, शहीद भगत सिंह ने, राजगुरु सुखदेव ने, होर भी अनेकां सूरबीर योधियां ने कुर्बानियां दे के देश नूं आज़ाद करवा दिता। कई तो शहीद भगत सिंह वर्गे राजनीति के शिकार हो गए। भाव कि उस समय जे राजनीतिक आगू समर्पित हुंदे ना देश तो शायद शहीद भगत सिंह की फांसी का कुछ रोक हो सकती सी। पर जदों अपने विचों गदार होण ते फिर की कीता जा सकदा। उन्होंने तो आपे ही किसी ने देश का प्यो बनना सी, किसी ने चाचा बनना सी। आपे ही बने प्यो ते चाचे। ठीक आ, मैं प्यो बन जाना, तू चाचा बन जा। तो उन्हां दे नां ते छुट्टियां होण लग पईयां। वो छुट्टी होवे ना शहीद भगत सिंह दे नां ते मन्नी जा सकती है। छुट्टी होवे ना गुरु कलगीधर पातशाह दे साहिबजादियां दे नां ते। अज भी कई वीर फौजी राजनीति करी जाणगे। ये जी इलैक्शन ये तां कुछ भी कर दिता, सानू उस नाल कोई मतलब नहीं है। सानू तो खुशी की गल है कि देर आए दुरुस्त आए। अज साहिबजादियां दे नां ते देखो, पहला गुरु नानक साहब का गुरपुरब होया ते अलाउंस किया गया गुरु नानक साहब के पुरब ते कि 3 खेती कानून जिहड़े सी जिहदा लोक विरोध कर रहे सी वापस हो गए। गुरु कलगीधर पातशाह का बादशाह दरवेश गुरु गोबिंद सिंह का गुरपुरब मनाया जा रहा सी। ते अरदास विच असीं की आखदे हां, जन्म की अरदास हो, जन्म तो पहला अरदास होवे। जदों माँ प्यो इत्थे खड़ के कहिंदे एक पुत्र दे दिओ सानूं, उदों भी अरदास हुंदी है गुरु गोबिंद सिंह साहब सब थाई होए सहाय। जदों जन्म हुंदा बच्चे का तां भी अरदास इस तो बाद पहला बिना संपूर्ण नहीं हुंदी। फिर जदों कोई खुशी हुंदी तां भी हुंदी। जदों बंदा संसार तो कूच कर जांदा फिर अरदास हुंदी। तो गुरु साहब महाराज ने किरपा कीती है कि गुरु साहब के साहिबजादियां ते नां ते बाल दिवस मनाउण वास्ते
26 ਦਸੰਬਰ ਦੀ परमानेंटली छुट्टी की गई आ। तो मैं एक होर बेनती करांगा कि गुरमुखो एक तरीकां भी पक्कियां होणियां चाहीदियां गुरपुरब दियां। कोई 5 जनवरी नूं गुरु गोबिंद सिंह दा गुरपुरब मना रहा, कोई 11 जनवरी नूं मना रहा, ऐरका कोई 9 जनवरी दा आ गया। बेनती ये है कि मेन चीज़ ये रखो, एक दिन पक्का कर दो। दिन तो अगे पिछे हो ही जाते अंग्रेजी देसी, और याद रखो दिन दे नाल तरीक नाल नहीं जुड़ना, असी गुरु इतिहास दे नाल जुड़ना है। जे तरीक नाल चंगा दिन चंगा माड़ा दिन होवे तो फिर गुरु साहब क्यों आखदे हन, गुरु ग्रंथ साहिब महाराज, साई घड़ी सुलखणी जित सिमरत हर नाम। वही घड़ी सुलखणी है जिस घड़ी हरि परमात्मा का नाम सिमरिया जाए। गुरपुरब मनाउण दे 3 भाव हैं। पहला, वध तो वध असी गुरु साहब के इतिहास नूं संगतां नाल सांझ पा सकीए, विचार सकीए, समझ सकीए इतिहास नूं। दूसरा, अपने हिरदे च एक झात मारीए कि गुरु गोबिंद सिंह साहब का गुरपुरब तो असी मना रहे हैं प्रकाश पुरब ते, पर सतगुर दे पाए पूरनिया ते असी किन्ना क जीवन नूं ढालना कीता होया है। तीसरा, जे नहीं तो फिर अरदास करिए ते प्रण करके जाइए, सतगुरु कृपा करो असी आप जी दे पाए पूरनिया ते चल सकीए। असली गुरपुरब मनाउण दा भावर्थ गुरमुखो ये है। हुण तुसीं कहोगे, कहंदे जी वीर बाल दिवस कह दिता, वीर बाल दिवस कह दिता, वो उन्हां दी वड्डियां वालियां कुरबानियां साहिबजादियां दी। वो मैं कहना वड्डे भी कई ऐसियां कुरबानियां नहीं कर सकते जो साहिबजादियां ने कीतियां, पर ठीक है तो साहिबजादियां दे नां ते ही छुट्टी कीती ना। तुसी कही जाओ बाबियां ने कुरबानी, असीं बाबे मनदे हां, बाबा जोरावर सिंह, बाबा फतेह सिंह। भाई सानू तो मेन हुण सानू सैना विच 26 दसंबर छुट्टी हो गई, असीं 26 दसंबर नूं साहिबजादियां दा शहीदी पुरब बड़ी धूमधाम नाल मनाया करांगे। सानू तो मनाउण दे नाल मतलब है ना। तो इस करके गुरमुख प्यारिओ वेखो उन्हां ते की किरपा होनी, भावें उन्हां राजनीति करके कीता, उन्हां ते की किरपा होनी। गुरु रामदास पातशाह महाराज आखदे हन, जन नानक धूड़ मंगै तिस गुरसिख की, जो आप जपै अवरै नाम जपावै। जिवें एक LIC PLI वाला कोई बीमा करदा, बैंक वाला करदा, जिन्नियां किस्तां तारोगे उन्होंने उहदा शेयर जरूर प्राप्त होंदा। पर जिसने हुण अलाउंस कर दिता, छुट्टी निर्धारित करती सदा वास्ते, और जिहड़े प्यो ते चाचे बने उन्हां दे नां ते छुट्टी भावें कर दिओ, लोकां ने शराबां ही पीणियां, बह के करना की आ। पर जदों ये छुट्टी कीती ना, इस दिन ते लखां लोग गुरद्वारियां च उन्हां शहीदां बाबियां नूं आके मत्था टेकण आउंदे, नतमस्तक होण आउंदे। और जिन्ना संगत जपेगी, जिन्ना नाम जपिया जाएगा तो उहदा शेर उस नूं जरूर प्राप्त होएगा जिसने एक गुरपुरब मनाउणा वास्ते छुट्टी, सरकारी छुट्टी अलाउंस की होएगी। उवें हो सकदा कुछ मुलाजम बैंक बैठे होण, कुछ मुलाजम स्कूल बैठे होण, कुछ मुलाजम होर किते बैठे होण, ते साडे सैना विच भी छुट्टी होगी। गुरु साहब कहंदे, जन नानक धूड़ मंगै तिस गुरसिख की, जो आप जपै अवरै नाम जपावे। उन्हां दी धूड़ी गुरु रामदास साहब भी लोचदे, जिहड़े आप जपदे दूसरिਆਂ ਨੂੰ नाम जपाउणा करदे हन। सो आपां कल तो लड़ीवार पटने दे माही दे जिहड़े चोज हन, एक एक चोज करके बयान करांगे। किवें सडौरे वाला पीर आउंदा है, किवें पीर भीखण शाह आउंदे हन, किवें जगता शाहूकार गुरु चरना च आउंदा, किवें सतगुर 3 सेब उहनूं दिंदे हन, ते 3 पत्नियां हन उहदियां, उहने औलाद करके 3 विआह कराए, तिन्नां नूं एक एक पुत्तर दी दात किवें प्राप्त हुंदी। फिर सतगुर असाम तो वापस आउंदे, फिर राजा फतेह चंद मैणी दा किस्सा, फिर हांडी खिचड़ी जिहड़ी है, हांडी वाली खिचड़ी, सारे चोज एक एक करके बयान करांगे। मैं एक छोटी जी कवि की लिखी हुई रचना आप दे नाल सांझी करां, जिस माही दी
ਆਪਾਂ ਗੁਰਪੁਰਬ ਦੀ ਵਿਚਾਰ ਆਰੰਭ ਕੀਤੀ ਹੈ। ਉਸ ਪਟਨੇ ਦੇ ਮਾਹੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੇ ਅਸੀਂ ਕੀ ਚੋਜ ਬਿਆਨ ਕਰ ਸਕਦੇ ਹਾਂ। ਕਵੀ ਬੜਾ ਵਧੀਆ ਲਿਖਦਾ ਹੈ, ਕਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ, क्या दशमेश पिता तेरी बात कहूँ, जो तूने पर उपकार किए, एक खालसा पंथ सजा, जातों के भेद मिटा दिए, एक तेग के बेटे तेग पकड़, दुखियों के काट जंजाल दिए, एक तेग के बेटे तेग पकड़, दुखियों के काट जंजाल दिए, इस मुल्क के वतन की खिदमत में कहीं बाप दिया तो कहीं लाल दिए, कहीं बाप दिया तो कहीं लाल दिए। उस चोजी प्रीतम बारे कवि आखदा है, कलगीधर प्रीतम दी ए अमर कहानी ए, कलगीधर प्रीतम दी ए अमर कहानी ए धर्म दरा खाए सरबंस ददानी ए धर्म दरा खाए सरबंस ददानी कलगीधर प्रीतम दी ए अमर कहानी ਇਹਦੇ ਤੀਰ ਨੇ ਸੋਨੇ ਦੇ, ਇਹਦੀ ਤੇਗ ਫੁਲਾਦੀ ਏ, ਇਹਦੇ ਤੀਰ ਨੇ ਸੋਨੇ ਦੇ, ਇਹਦੀ ਤੇਗ ਫੁਲਾਦੀ ਏ, ਰੱਖਿਆ ਮਜ਼ਲੂਮਾਂ ਦੀ ਕਰਨੇ ਦੀ ਆਦੀ ਏ, ਪਟਨੇ ਦੇ ਮਾਹੀ ਦੀ हर झलक निराली ए धर्म दरा खाए सरबंस ददानी छोटे लाला ते जो बुरज विच गुजरी एक रात विछोड़े दी मां गुजरी ते गुजरी अज रो रो बोल रहा सरसा दा पानी ए धर्म दरा खाए सरबंस ददानी कलगीधर प्रीतम दी ए अमर कहानी कलगीधर प्रीतम दी ए अमर कहानी लगी हुई अग दिल नू आओ अग बुझा लईए चमकौर दी धरती ते दो अथरू वहा लईए सरहंद दी धरती ते दो अथरू वहा लईए लखां नाल लड़ गए ने भावें उमर न्याणी ए धर्म दरा खाए सरबंस ददानी कलगीधर प्रीतम दी ए अमर कहानी उस माछी वाड़े दे अज रुख पे गाउंदे ने उस माछी वाड़े दे अज रुख पे गाउंदे ने मेरे सुतड़े माही दा पे हाल सुणाउंदे ने किते कड़ कड़ बिजली दी किते रात तूफानी ए धर्म दरा खाए सरबंस ददानी कलगीधर प्रीतम दी ए अमर कहानी कलगीधर प्रीतम दी
ਇਹ ਅਮਰ ਕਹਾਣੀ ਏ। ਇਹਦੇ ਤੀਰ ਨੇ ਸੋਨੇ ਦੇ, ਇਹਦੀ ਤੇਗ ਫੁਲਾਦੀ ਏ। ਰੱਖਿਆ ਮਜ਼ਲੂਮਾਂ ਦੀ ਕਰਨੇ ਦੀ ਆਦੀ ਏ। ਕਲਗੀਧਰ ਪ੍ਰੀਤਮ ਦੀ ਇਹ ਅਮਰ ਕਹਾਣੀ ਏ। ਇਹ ਧਰਮ ਦਾ ਰਾਖਾ ਏ, ਸਰਬੰਸ ਦਾ ਦਾਨੀ ਏ। ਨਹੀਂ ਸਿਫਤਾਂ ਕਰ ਸਕਦੇ ਉਸ ਉੱਚ ਦੇ ਪੀਰ ਦੀਆਂ, ਨਹੀਂ ਸਿਫਤਾਂ ਕਰ ਸਕਦੇ ਉਸ ਉੱਚ ਦੇ ਪੀਰ ਦੀਆਂ। ਉਸ ਅਣਖੀ ਪ੍ਰੀਤਮ ਦੀ ਸੋਹਣੀ ਸ਼ਮਸ਼ੀਰ ਦੀਆਂ, ਉਸ ਕਲਗੀਧਰ ਬਾਪੂ ਦੀ ਇਹ ਅਮਰ ਕਹਾਣੀ ਏ। ਕੁਰਬਾਨੀ ਉਸ ਦੀ ਤਾਂ ਇਹ ਚਮਕ ਲਸਾਨੀ ਏ। ਕੁਰਬਾਨੀ ਉਸ ਦੀ ਤਾਂ ਇਹ ਚਮਕ ਲਸਾਨੀ ਏ। ਇਹ ਧਰਮ ਦਾ ਰਾਖਾ ਏ, ਸਰਬੰਸ ਦਾ ਦਾਨੀ ਏ। ਕਲਗੀਧਰ ਪ੍ਰੀਤਮ ਦੀ ਇਹ ਅਮਰ ਕਹਾਣੀ ਏ। ਕਲਗੀਧਰ ਪ੍ਰੀਤਮ ਦੀ ਇਹ ਅਮਰ ਕਹਾਣੀ ਏ। ਕਲਗੀਧਰ ਪ੍ਰੀਤਮ ਦੀ ਇਹ ਅਮਰ ਕਹਾਣੀ ਏ। ਕਿਹੜਾ ਕਵੀ, ਕਿਹੜਾ ਜਰਨੈਲ ਕਲਗੀਧਰ ਪਾਤਸ਼ਾਹ ਦੇ ਪੂਰੇ ਇਤਿਹਾਸ ਨੂੰ ਕਹਿ ਸਕਦਾ ਹੋਵੇ? ਕੌਣ ਲਿਖ ਸਕਦਾ ਹੋਵੇ? ਇੱਕ ਕਵੀ ਲਿਖਦਾ ਹੈ, ਗੁਰੂ ਕਲਗੀਧਰ ਪਾਤਸ਼ਾਹ ਦੀਆਂ ਕੁਰਬਾਨੀਆਂ ਦਾ ਸਦਕਾ, ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਸਾਥੋਂ ਤੇਰਾ ਸਤਿਕਾਰ ਨਾ ਹੋ ਸਕਿਆ। ਕਲੀ ਕਵੀਆਂ ਆਲਮਾਂ ਫਾਜ਼ਰਾਂ ਤੋਂ ਤੇਰੇ ਇਤਿਹਾਸ ਦਾ ਪੂਰਾ ਵਿਸਥਾਰ ਨਾ ਹੋ ਸਕਿਆ। ਰਾਹ ਦੱਸਿਆ ਸੀ ਸੰਤ ਸਿਪਾਹੀ ਵਾਲਾ, ਤੇਰੇ ਰਾਹ ਤੇ ਤੁਰਨਾ ਤੇ ਗੱਲ ਦੂਰ। ਤੇਰੇ ਦੱਸੇ ਰਾਹ ਦਾ ਸਾਥੋਂ ਸਹੀ ਪ੍ਰਚਾਰ ਨਾ ਹੋ ਸਕਿਆ। ਕਲੀ ਕਵੀਆਂ ਆਫਰਾਂ ਫਾਜ਼ਰਾਂ ਤੋਂ ਤੇਰੇ ਇਤਿਹਾਸ ਦਾ ਸਹੀ ਵਿਸਥਾਰ ਨਾ ਹੋ ਸਕਿਆ। ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਸਾਥੋਂ ਤੇਰਾ ਪ੍ਰਚਾਰ ਨਾ ਹੋ ਸਕਿਆ। ਤੇਰਾ ਪੁੱਤਰ ਕਿਸੇ ਪਾਸੇ, ਪੋਤਰੇ ਕਿਸੇ ਪਾਸੇ, ਤੇਰਾ ਦਾਤਾ ਇਕੱਠਾ ਪਰਿਵਾਰ ਵੀ ਨਾ ਹੋ ਸਕਿਆ। ਤੇਰਾ ਧੜ ਕਿਸੇ ਪਾਸੇ, ਸੀਸ ਕਿਸੇ ਪਾਸੇ, ਦਾਤਾ ਸਾਥੋਂ ਤੇਰਾ ਸਰੀਰ ਦਾ ਇਕੱਠਾ ਸੰਸਕਾਰ ਵੀ ਨਾ ਹੋ ਸਕਿਆ। ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਸਾਥੋਂ ਤੇਰਾ ਸਤਿਕਾਰ ਨਾ ਹੋ ਸਕਿਆ। ਕੁਰਬਾਨ ਚਾੜ ਕੇ ਚੌਹਾਂ ਪੁੱਤਰਾਂ ਨੂੰ ਖੁਸ਼ ਨਾ ਸੋਢੀ ਸੁਲਤਾਨ ਹੁੰਦਾ। ਕੁਰਬਾਨ ਚਾੜ ਕੇ ਚੌਹਾਂ ਪੁੱਤਰਾਂ ਨੂੰ ਖੁਸ਼ ਨਾ ਸੋਢੀ ਸੁਲਤਾਨ ਹੁੰਦਾ। ਅੱਜ ਦਿੱਲੀ ਦੇ ਤਖਤ ਉੱਤੇ, ਅੱਜ ਦਿੱਲੀ ਦੇ ਤਖਤ ਉੱਤੇ ਝੁੱਲਦਾ ਚੰਨ ਤਾਰਾ ਤੇ ਰਾਜ ਕਰਦਾ ਕੋਈ ਜ਼ਕਰੀਆ ਖਾਨ ਹੁੰਦਾ। ਅੱਜ ਦਿੱਲੀ ਦੇ ਤਖਤ ਉੱਤੇ ਝੁੱਲਦਾ ਚੰਨ ਤਾਰਾ ਤੇ ਭਾਰਤ ਸਾਰਾ ਹੀ ਅੱਜ ਪਾਕਿਸਤਾਨ ਹੁੰਦਾ। ਕਲਗੀਧਰ ਪਾਤਸ਼ਾਹ ਦੀਆਂ ਕੁਰਬਾਨੀਆਂ ਦਾ ਕੌਣ ਦੇਣ ਦੇ ਸਕਦਾ ਹੈ? ਸੋ ਅੱਜ ਆਪਾਂ ਸਿਰਫ ਸ਼ੁਰੂਆਤ ਕੀਤੀ ਹੈ। ਅੱਜ ਦੀ ਕਥਾ ਵਿਚਾਰ ਨੂੰ ਮੰਗਲਾਚਰਨ ਸਮਝ ਲਓ। ਕੱਲ੍ਹ ਤੋਂ ਬਿਲਕੁਲ ਵਿਸਤਾਰ ਦੇ ਨਾਲ ਲੜੀਵਾਰ ਗੁਰੂ ਕਲਗੀਧਰ ਪਾਤਸ਼ਾਹ ਦੇ ਇਤਿਹਾਸ ਦੀ ਰੋਜ਼ਾਨਾ ਅੱਧਾ ਪੌਣਾ ਘੰਟਾ ਵਿਚਾਰ ਹੋਇਆ ਕਰੇਗੀ। ਪਟਨੇ ਦੇ ਮਾਹੀ ਦੇ, ਪਟਨੇ ਦੇ ਚੋਜ ਸਾਰੇ ਵਿਚਾਰ ਕਰਾਂਗੇ।
ਫਿਰ ਜਿਵੇਂ ਸਤਿਗੁਰੂ ਜੀ ਮਹਾਰਾਜ ਰਹਿਮਤਾਂ ਵਰਤਾਉਣਗੇ ਇੰਨੇ ਕੁ ਬਚਨ ਕਰਦੇ ਹੋਏ ਸਮਾਪਤੀ। ਕੋਈ ਬਚਨ ਵੱਧ ਘੱਟ ਬੋਲਿਆ ਗਿਆ ਹੋਵੇ। ਗੁਰੂ ਰੂਪ ਸਾਧ ਸੰਗਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਯੋਗ ਹਨ। ਕਲਗੀਧਰ ਪਿਤਾ ਜੀ ਦੇ ਚਰਨਾਂ ਵਿੱਚ ਝੁਕਾਓ ਸੀਸ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ।